सब तो पहला तो मैं तुहानू सारिਆਂ ਨੂੰ ਜੀ ਆਇਆਂ कहना ਅੱਜ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਇੱਕ ਰੈਜ਼ੋਲੂਸ਼ਨ ਲਿਆਂਦਾ ਕਿ ਭਗਤ ਸਿੰਘ ਬਾਬਾ ਸਾਹਿਬ ਅੰਬੇਦਕਰ ਤੇ ਨਾਲ ਪ੍ਰਪੋਜ਼ ਕੀਤਾ ਪ੍ਰਤਾਪ ਬਾਜਵਾ ਜੀ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਟੈਚੂ ਜਿਹੜਾ ਲਾਇਆ ਜਾਵੇ। ਮੈਂ ਉਹਨੂੰ ਵੈਲਕਮ ਵੀ ਕਰਦਾ ਔਰ ਚੀਫ ਮਿਨਿਸਟਰ ਸਾਹਿਬ ਦਾ ਧੰਨਵਾਦ ਵੀ ਕਰਦਾ। ਇੱਕ ਮੈਂ ਇਹਨੂੰ ਕੰਟੀਨਿਊਟੀ ਦੇ ਵਿੱਚ ਗੱਲ ਕਰਨੀ ਚਾਹੁੰਦਾ, ਜਿਹੜੇ 5 ਰਾਜ ਸਭਾ ਦੇ ਮੈਂਬਰ ਜਿਹੜੇ ਪੰਜਾਬ ਤੋਂ ਇਹ ਆਮ ਆਦਮੀ ਪਾਰਟੀ ਨੋਮੀਨੇਟ ਜਿਹੜੇ ਕੀਤੇ ਆ, ਉਹਨਾਂ 'ਤੇ ਮੈਂ ਗੱਲ ਕਰਨੀ ਚਾਹੁੰਦਾ। ਜਿੱਥੇ ਇਹਨਾਂ ਨੇ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਆ, ਉਹਦੇ ਵਿੱਚੋਂ 2 ਤਾਂ ਪੰਜਾਬ ਦੇ ਹੈ ਹੀ ਨਹੀਂ, ਲੇਕਿਨ ਇੱਕ ਜਿਹੜਾ ਲੁਧਿਆਣੇ ਦਾ ਉਦਯੋਗਪਤੀ ਆ ਭਗਵੰਤ ਮਾਨ ਜੀ, ਕਈ ਵਾਰੀ ਭਗਤ ਸਿੰਘ ਦੀ ਗੱਲ ਕਰਨੀ ਬੜੀ ਸੌਖੀ ਹੁੰਦੀ ਆ, ਉਸ ਆਈਡੀਆਲੋਜੀ 'ਤੇ ਤੁਰਨਾ ਬੜਾ ਔਖਾ ਹੁੰਦਾ। ਅਤੇ ਮੈਂ ਇਹ ਚਾਹੂੰਗਾ ਕਿ ਮੈਨੂੰ ਤਾਂ ਬਹੁਤ ਕੁਝ ਪਤਾ ਉਸ ਬਾਰੇ, ਲੇਕਿਨ ਜੇ ਤੁਸੀਂ, ਕਿਉਂਕਿ ਸ਼ੁਰੂਆਤ ਚੰਗੀ ਆ, ਕੱਲ੍ਹ ਨੂੰ 23 ਮਾਰਚ ਵੀ ਆ, ਅਤੇ ਜੇ ਕਿਤੇ ਇੱਕ ਇੰਡੀਪੈਂਡੈਂਟ ਇਨਕੁਆਰੀ, ਚਾਹੇ ਇੱਥੇ ਦੀ ਕਿਸੇ ਏਜੰਸੀ ਤੋਂ ਚਾਹੇ CBI ਤੋਂ, ਇਹ ਕਰਵਾ ਕੇ ਦੇਖ ਲੈਣ ਕਿ ਹਾਂ ਵੀ ਇਹ ਵਾਕਈ ਬਦਲਾਅ ਦੀ ਰਾਜਨੀਤੀ ਆ, ਇਹ ਪੰਜਾਬ ਦੇ ਮੁੱਦੇ ਚੱਕਣਗੇ, ਇਹ ਪੰਜਾਬ ਦੀ ਗੱਲ ਕਰਨਗੇ ਜਿਹੜੇ 2 ਪੰਜਾਬ ਦੇ ਹੈ ਨਹੀਂ। ਅਤੇ ਜਿਹੜਾ ਤੀਜਾ, ਕਿਉਂਕਿ ਇਹਨਾਂ ਦੇ ਵਰਕਰਸ ਨੇ, ਮੈਂ ਸਮਝਦਾ ਕਿ ਬਹੁਤ ਮਿਹਨਤ ਕੀਤੀ ਆ ਔਰ ਮੈਂਡੇਟ ਵੀ ਬਹੁਤ ਵੱਡਾ ਮਿਲਿਆ। 92 ਜਿਹੜੇ ਮੈਂਬਰ ਬਣੇ ਹੈਗੇ ਆ, ਮੈਂਡੇਟ ਵੀ ਬਹੁਤ ਵੱਡਾ। ਅਤੇ ਇਹਦੇ 'ਤੇ ਇਨਕੁਆਰੀ ਦੀ ਮੈਂ ਡਿਮਾਂਡ ਕਰਦਾ ਵੀ ਇਹਦੀ ਇਨਕੁਆਰੀ ਕਰਾਓ, ਚਾਹੇ ਕੋਈ ਕਾਂਗਰਸ ਦਾ ਉਹਦੇ ਵਿੱਚ ਹੋਵੇ, ਕਿਉਂਕਿ ਇਹ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ, ਕਿਉਂਕਿ ਖਾਸ ਕਰਕੇ ਅਮਨ ਅਰੋੜਾ ਜੀ ਇਹੋ ਜਿਹੀਆਂ ਗੱਲਾਂ ਬਹੁਤ ਕਰਦੇ ਆ, ਕਿਉਂਕਿ ਮੈਂ ਅੱਜ ਇਹ ਕਰਨਾ ਨਹੀਂ ਚਾਹੁੰਦਾ ਸੀ, ਲੇਕਿਨ ਅਲਟੀਮੇਟਲੀ ਅਸੀਂ ਕਈ ਵਾਰੀ ਗੱਲਾਂ ਦੇ ਵਿੱਚ ਇਹ ਚੀਜ਼ਾਂ ਸੋਚ ਲੈਂਦੇ ਆ, ਪਰ ਉਸ ਆਈਡੀਆਲੋਜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਬਹੁਤ ਔਖੀ ਗੱਲ ਹੈ। ਸੋ ਇਹਦੇ ਲਈ ਇੱਕ ਇਨਕੁਆਰੀ ਕਰਾਓ ਔਰ ਉਸ ਇਨਕੁਆਰੀ ਦੇ ਵਿੱਚ ਫਿਰ ਸਾਰਿਆਂ ਨੂੰ ਪਤਾ ਲੱਗ ਜੂ, ਔਰ ਟਾਈਮਬੱਧ ਤਰੀਕੇ ਨਾਲ। ਇਹ ਨਾ ਹੋਵੇ ਵੀ ਹਾਂ ਵੀ ਜੋ, ਕਿਉਂਕਿ ਜੋ ਸਾਡੀਆਂ, ਮੰਨ ਲਓ ਸਾਡੀਆਂ ਸਰਕਾਰਾਂ ਨੇ ਕੀਤਾ, ਲੋਕਾਂ ਨੇ ਫਤਵਾ ਦੇ ਦਿੱਤਾ, ਤੁਸੀਂ ਇਹ ਕਹੋਗੇ ਕਿ ਹਾਂ ਵੀ ਤੁਹਾਡਾ ਹੋਇਆ, ਜਾਂ ਲੋਕਾਂ ਨੇ ਫਤਵਾ ਦਿੱਤਾ, ਲੋਕਾਂ ਨੇ ਬੇਸਿਕਲੀ ਸਾਨੂੰ ਸਜ਼ਾ ਦਿੱਤੀ। ਲੇਕਿਨ ਅੱਜ ਕਿਉਂਕਿ ਨਵੀਂ ਸਲੇਟ ਹੈ, ਮੈਂ ਕੱਲ੍ਹ ਵੀ ਭਗਵੰਤ ਮਾਨ ਜੀ ਨੂੰ ਕਿਹਾ ਸੀ ਵੀ ਹੁਣ ਆਪਾਂ ਨਵੀਂ ਸ਼ੁਰੂਆਤ ਕਰਨੀ ਆ, ਆਪਣੇ ਕੋਲ ਲਾਇਬਿਲਟੀ ਨਹੀਂ ਹੈ, ਅਤੇ ਇਸ ਲਾਇਬਿਲਟੀ ਦੇ ਵਿੱਚ ਆਪਾਂ ਉਸ ਇਸ਼ੂਜ਼ ਨੂੰ ਖੜਾ ਰੱਖੀਏ। ਸੋ ਅੱਜ ਇਸ਼ੂ ਆਪਣਾ ਜਿਹੜਾ ਉਹ ਇਹ ਹੈਗਾ, ਔਰ ਮੈਂ ਭਗਵੰਤ ਮਾਨ ਜੀ ਨੂੰ ਰਿਕੁਐਸਟ ਕਰਦਾ ਕਿ ਇਹਦੇ 'ਚ ਸਮਾਂਬੱਧ ਤਰੀਕੇ ਦੀ ਇਨਕੁਆਰੀ ਕਰੋ, ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਕਿਉਂਕਿ ਲੋਕੀ ਤਾਂ ਅੱਜ ਹੀ ਸ਼ੁਰੂਆਤ ਦੇ ਵਿੱਚ ਹੀ ਠੱਗੇ ਮਹਿਸੂਸ ਕਰਦੇ ਵੀ ਜਿਹੜੇ ਪੰਜਾਬੀਆਂ ਨੇ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦਿੱਤਾ, ਅਤੇ ਉਹ ਪੰਜਾਬੀਆਂ ਨੂੰ ਕੋਈ ਇੱਦਾਂ ਦੀ, ਕਿਉਂਕਿ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਹਾਂ ਵੀ ਬੀਬੀ ਖਾਲੜਾ ਵਰਗੇ ਬੰਦੇ ਜਿਹੜੇ ਰਾਜ ਸਭਾ 'ਚ ਜਾਣੇ ਚਾਹੀਦੇ ਆ, ਇਹ ਲੋਕ ਸਭਾ ਦੇ ਵਿੱਚ ਇਲੈਕਸ਼ਨ ਨਹੀਂ ਲੜ ਕੇ ਜਾਣੇ ਚਾਹੀਦੇ, ਔਰ ਕਿਸਾਨ 1 ਸਾਲ ਸਵਾ ਸਾਲ ਸਟਰਗਲ ਕਰਦੇ ਰਹੇ, ਔਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕਿਤੇ ਵੀ ਕਿਸਾਨਾਂ ਨੂੰ ਸਪੋਰਟ ਕੀਤਾ ਹੋਵੇ। ਲੇਕਿਨ ਸਭ ਤੋਂ ਵੱਧ ਠੀਕ ਹੈ ਬੈਨੀਫਿਟ ਆਮ ਆਦਮੀ ਪਾਰਟੀ ਨੂੰ ਮਿਲਿਆ, ਬਟ ਐਟ ਦਾ ਸੇਮ ਟਾਈਮ ਜੇ ਉਹਨਾਂ 'ਚੋਂ ਕੋਈ ਹੁੰਦਾ ਜਾਂ ਬੀਬੀ ਖਾਲੜਾ ਵਰਗੇ ਹੁੰਦੇ, ਤਾਂ ਫਿਰ ਮੈਨੂੰ ਲੱਗਦਾ ਕਿ ਕੋਈ ਪੰਜਾਬ ਲਈ ਬਦਲਾਅ ਦੀ ਗੱਲ ਵੀ ਹੋਣੀ ਸੀ, ਅਤੇ ਭਗਤ ਸਿੰਘ ਦੀ ਸੋਚ 'ਤੇ ਕਿਤੇ ਨਾ ਕਿਤੇ ਪਹਿਰਾ ਦਿੱਤਾ ਵੀ ਹੋਣਾ ਸੀ। ਸੋ ਮੈਂ ਤਾਂ ਇਹ ਡਿਮਾਂਡ ਕਰਦਾ, ਔਰ ਕਿਉਂਕਿ ਇਹ ਹਜੇ ਸ਼ੁਰੂਆਤ ਹੈਗੀ ਆ, ਹਜੇ ਵੀ ਭਗਵੰਤ ਮਾਨ ਜੀ, ਮੈਂ ਤੁਹਾਨੂੰ ਇਹ ਛੋਟੀ ਜਿਹੀ ਗੱਲ ਇਹ ਵੀ ਕਹੀ ਸੀ ਵੀ ਦਿੱਲੀ ਵੱਲ ਧਿਆਨ ਥੋੜ੍ਹਾ ਜਿਹਾ ਰੱਖਿਓ, ਕਿ ਦਿੱਲੀ ਕਈ ਵਾਰੀ ਖਰਾਬ ਕਰਦੀ ਆ, ਅਤੇ ਤੁਸੀਂ ਵੀ, ਅਤੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਵੀ ਕਿਹੜੇ ਵਾਲੀ, ਮੈਂ ਕਿਹਾ ਆਪਾਂ ਦਿੱਲੀ ਤਾਂ ਇੱਕ ਹੀ ਹੈਗੀ ਆ, ਪੰਜਾਬ ਵੀ ਇੱਕ ਹੀ ਹੈਗਾ। ਸੋ ਇਸ ਕਰਕੇ ਮੈਂ ਇੰਨੀ ਕੁ ਗੱਲ ਜਿਹੜੀ, ਕਿਉਂਕਿ ਜਿਹੜਾ ਇਹਨਾਂ ਦਾ ਜਿਹੜਾ ਵਰਕਰ ਹੈ ਉਹ ਅੱਜ ਦੀ ਹੁਣੇ ਮਹਿਸੂਸ ਕਰਨ ਲੱਗ ਪਿਆ ਵੀ ਹਾਂ ਵੀ ਇਹ ਪੰਜਾਬ ਦੇ ਵਿੱਚੋਂ ਕੋਈ ਇਹਨਾਂ ਨੂੰ ਚੰਗਾ ਜਿਹੜਾ ਬੰਦਾ ਨਹੀਂ ਲੱਭਿਆ। ਔਰ ਮੈਂ ਖਾਸ ਕਰਕੇ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੈ, ਜਿਹੜਾ ਮੀਡੀਆ, ਉਹਨਾਂ ਨੂੰ ਵੀ ਬੇਨਤੀ ਕਰਦਾ ਹੈਗਾ, ਕਿਉਂਕਿ ਜਿਹੜੀਆਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਸੀ, ਚਾਹੇ ਉਹ ਅਕਾਲੀ ਦਲ ਦੀ ਸੀ, ਚਾਹੇ ਉਹ ਕਾਂਗਰਸ ਦੀ ਸੀ,
ਤੇ ਉਹਨਾਂ ਦੀ ਜਿੱਦਾਂ ਦੀ ਚੀਰ-ਫਾੜ ਹੁੰਦੀ ਸੀ ਆਪਾਂ ਇਦਾਂ ਦੀ ਚੀਰ-ਫਾੜ ਹੀ ਕਰਨੀ ਆ, ਕਿਉਂਕਿ ਡੈਮੋਕ੍ਰੇਸੀ ਦੀ ਬਿਊਟੀ ਇਹ ਹੈਗੀ ਆ। ਥੈਂਕ ਯੂ ਵੈਰੀ ਮਚ। ਸਰ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਡਾਕਟਰ ਮਨਮੋਹਨ ਸਿੰਘ ਵੀ ਤਾਂ ਆਸਾਮ ਤੋਂ ਹੀ ਰਾਜ ਸਭਾ ਮੈਂਬਰ ਚੁਣੇ ਗਏ ਸੀਗੇ। ਨਹੀਂ, ਡਾਕਟਰ ਮਨਮੋਹਨ ਸਿੰਘ ਨੂੰ ਬੇਸਿਕਲੀ ਇੱਕ ਉਸ ਬੰਦੇ ਨਾਲ ਜਿਹੜਾ ਲੁਧਿਆਣੇ ਦਾ ਉਦਯੋਗਪਤੀ ਆ ਉਹਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਦੁਨੀਆ ਦਾ ਇੱਕ ਉਹ ਅਰਥ ਸ਼ਾਸਤਰੀ ਸੀ ਜਿਹਨੂੰ ਦੁਨੀਆ ਦੇ ਲੋਕੀ ਮੰਨਦੇ ਸੀਗੇ। ਕਿਉਂਕਿ ਆਪਾਂ ਕਿਹੜਾ ਕਲਚਰ ਪ੍ਰਮੋਟ ਕਰਨ ਲੱਗੇ ਆ, ਆਪਾਂ ਕਿਹੜੀ ਗੱਲ ਕਰਨ ਲੱਗੇ ਆ, ਕਿਉਂਕਿ ਪੰਜਾਬ ਲਈ ਜਾਂ ਹਿੰਦੁਸਤਾਨ ਲਈ ਇਹਨਾਂ ਲੋਕਾਂ ਦੀ ਕੰਟਰੀਬਿਊਸ਼ਨ ਕਿੰਨੀ ਹੈ। ਮਜਬੂਰੀ ਕੀ ਲੱਗਦੀ ਤੁਹਾਨੂੰ ਆਪ ਪਾਰਟੀ ਦੀ ਤੁਹਾਨੂੰ ਭੇਜਣ ਦੀ ਰਾਜ ਸਭਾ 'ਚ? ਥੋੜਾ ਐਕਸਪਲੇਨ ਕਰ ਦਿਓ ਕਿ ਹੈ ਕਿ ਇਹ ਤੁਹਾਡੇ ਕੋਲ ਵੀ ਕੋਈ ਤੱਥ ਤਾਂ ਹੋਣਗੇ ਤਾਂ ਹੀ ਤੁਸੀਂ ਨਹੀਂ, ਮੈਂ ਤਾਂ ਕਹਿ ਡਿਆ ਵੀ ਕਿਉਂਕਿ ਕੱਲ੍ਹ ਨੂੰ 23 ਤਰੀਕ ਹੈ, ਸ਼ੁਰੂਆਤ ਸਰਕਾਰ ਦੀ ਹੋਈ ਆ, ਭਗਤ ਸਿੰਘ ਜੀ ਦੀ ਗੱਲ ਹੋਈ ਆ, ਤੇ ਫਿਰ ਆਪਾਂ ਉਸ ਸੋਚ ਨੂੰ ਹੀ ਅੱਗੇ ਲੈ ਕੇ ਤੁਰ ਲਈਏ ਵੀ ਭਗਵੰਤ ਮਾਨ ਜੀ ਕੋਈ, ਮੈਂ ਨਹੀਂ ਕਹਿੰਦਾ ਮੇਰੇ ਕੋਲ ਤਾਂ ਬਹੁਤ ਕੁਝ ਹੈਗਾ, ਮੈਂ ਆਉਣ ਵਾਲੇ ਦਿਨਾਂ 'ਚ ਬਈ ਕਿਉਂ ਲੱਗਦਾ ਤੁਹਾਨੂੰ ਫਰਜ਼ ਪੂਰੇ ਨਹੀਂ ਕਰ ਪਾਣਗੇ? ਨਹੀਂ, ਫਰਜ਼ ਪੂਰੇ ਦੀ ਗੱਲ ਨਹੀਂ ਹੈ। ਬਤੌਰ ਸੰਸਦ ਜਦੋਂ ਰਾਜ ਸਭਾ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਦੋ ਪੰਜਾਬ ਦੇ ਹੀ ਹੈ ਨਹੀਂ। ਉਹ ਤਾਂ ਕਹਿੰਦੇ ਕਿ ਚੱਡੇ ਦਾ ਪਿਛੋਕੜ ਪੰਜਾਬ ਤੋਂ ਹੀ ਹੈ। ਨਹੀਂ, ਉਹ ਪਿਛੋਕੜ ਤਾਂ ਪਤਾ ਨਹੀਂ ਹੁਣ, ਕਿਉਂਕਿ ਕਿਤੇ ਮੈਨੂੰ ਤਾਂ ਲੱਭਿਆ ਨਹੀਂ ਕਿਤੇ ਪਿਛੋਕੜ ਪੰਜਾਬ ਦਾ। ਕਿਉਂਕਿ ਪੰਜਾਬ ਦੀ ਗੱਲ ਕਦੋਂ ਕਰਨਗੇ? ਕਿਉਂਕਿ ਉਹ ਤਾਂ ਜਦੋਂ ਦਿੱਲੀ ਦੀ ਗੱਲ ਕਰਦੇ ਉਹ ਤਾਂ ਕਹਿੰਦੇ ਆ ਵੀ ਜਿੰਨੀ ਪੰਜਾਬ ਦੇ ਵਿੱਚ ਪਰਾਲੀ ਲੂਹ ਹੁੰਦੀ ਸੀ ਉਹਦਾ ਜਿੰਨਾ ਧੂਆਂ ਸੀਗਾ ਦਿੱਲੀ ਉਹਦਾ ਚੈਂਬਰ ਬਣ ਜਾਂਦੀ ਸੀ। ਤਾਂ ਔਨ ਰਿਕਾਰਡ ਹੀ ਆ ਨਾ ਇਹ ਚੀਜ਼ਾਂ ਤਾਂ ਔਨ ਰਿਕਾਰਡ ਹੀ ਆ ਨਾ। ਜਿਹੜਾ ਇਹ ਗੱਲ ਕਰਦਾ ਉਹ ਕਹਿੰਦਾ ਵੀ ਹਰਿਆਣੇ ਤੇ ਇਹ ਪੰਜਾਬ ਦੀ ਇਹ ਦੇੜ ਹੈਗੀ ਆ, ਤੇ ਫਿਰ ਉਹ ਪੰਜਾਬ ਦੀ ਗੱਲ ਕਦੋਂ ਕਰੂ? ਤੁਸੀਂ ਵੀ ਬੀਬੀ ਖਾਲੜਾ ਦੀ ਗੱਲ ਕਰ ਰਹੇ ਹੋ, ਤ੍ਰਿਪਤਿੰਦਰ ਨਾਮ ਦੱਸ ਦਿਓ, ਇੱਕ ਵਿਅਕਤੀਤਵ ਦੱਸ ਦਿਓ। ਨਹੀਂ, ਸੰਜੀਵ ਅਰੋੜਾ ਹੈਗੇ ਆ, ਉਹਨਾਂ ਦੀ ਪ੍ਰਾਪਰਟੀਆਂ ਦੀ ਕੰਪਨੀਆਂ ਹੈਗੀਆਂ, ਸੈਬੀ ਨੇ 10 ਲੱਖ ਦਾ ਜੁਰਮਾਨਾ ਕੀਤਾ ਆ। ਸੋ ਹੋਰ ਮੈਂ ਤਾਂ ਇਹ ਕਹਿੰਦਾ ਵੀ ਇਨਕੁਆਇਰੀ ਤੁਸੀਂ ਕਰ ਲਓ, ਕਿਉਂਕਿ ਆਮ ਆਦਮੀ ਪਾਰਟੀ ਵਾਲੇ ਇਸ ਗੱਲ ਦੀ ਡਿਮਾਂਡ ਕਰਦੇ ਸੀ। ਆਮ ਆਦਮੀ ਪਾਰਟੀ ਨੂੰ ਵੀ ਤਾਂ ਪਤਾ ਹੀ ਹੋਏਗਾ, ਪਰ ਫਿਰ ਵੀ ਉਹ ਰਾਜ ਸਭਾ 'ਚ ਲੈ ਕੇ ਗਏ। ਮੈਂ ਤਾਂ ਹੀ ਕਹਿਣ ਡਿਆ ਵੀ ਜਦੋਂ ਭਗਤ ਸਿੰਘ ਦੀ ਆਈਡੀਓਲੋਜੀ ਦੀ ਗੱਲ ਹੋ ਰਹੀ ਆ ਤਾਂ ਫਿਰ ਅਲਟੀਮੇਟਲੀ ਉਹਦੇ ਤੇ ਫਿਰ ਪਹਿਰਾ ਵੀ ਤਾਂ ਦੇਣਾ ਪੈਣਾ ਨਾ। ਜਿਹੜੀ ਤੁਸੀਂ ਇਨਕੁਆਇਰੀ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਉੱਤੇ, ਤੁਸੀਂ ਕਹਿ ਰਹੇ ਹੋ ਸੈਬੀ ਨੇ ਜੁਰਮਾਨਾ ਵੀ ਕੀਤਾ, ਕਾਂਗਰਸ ਵੀ ਸੱਤਾ 'ਚ ਰਹੀ ਹੈ 5 ਸਾਲ, ਇਨਕੁਆਇਰੀ ਤਾਂ ਉਦੋਂ ਵੀ ਹੋ ਸਕਦੀ। ਮੈਂ ਤਾਂ ਕਹਿਣ ਡਿਆ ਵੀ ਜਿਹੜੀਆਂ ਕਾਂਗਰਸ ਨੇ ਗਲਤੀਆਂ ਕੀਤੀਆਂ, ਅਸੀਂ 80 ਤੋਂ 18 ਤੇ ਵੀ ਤਾਂ ਹੀ ਆਏ ਆ। ਅਸੀਂ 80 ਤੋਂ 18 ਤੇ ਵੀ ਤਾਂ ਹੀ ਆਏ ਹੈਗੇ ਆ। ਅਸੀਂ ਉਹ ਗਲਤੀਆਂ ਕੀਤੀਆਂ, ਸਾਡੇ ਵੀ ਕਈ ਆਫੀਸਰ ਜਾਂ ਸਾਡੇ ਵੀ ਕਈ ਜਿਹੜੇ ਮਿਨਿਸਟਰਸ ਆ ਉਹਨਾਂ ਨੇ ਗਲਤੀਆਂ ਕੀਤੀਆਂ। ਐਵੇਂ ਤਾਂ ਕੱਲ ਹਰਭਜਨ ਦੇ ਨਾਲ ਪੰਜਾਬ ਕਾਂਗਰਸ ਦਾ ਕੈਸ਼ੀਅਰ ਵੀ ਬੈਠਾ ਹੋਇਆ ਸੀਗਾ। ਨਹੀਂ, ਉਹ ਤਾਂ ਦੇਖੋ ਇੱਕ ਸਪੋਰਟਸਮੈਨ ਹੈਗਾ, ਮੈਂ ਉਸ ਐਂਗਲ ਨੂੰ ਮੈਂ ਕਦੀ ਵੀ ਨਹੀਂ, ਜਿਹੜੇ ਪੰਜਾਬ ਦੇ ਹੈਗੇ ਆ ਚਹਿਲ ਸਪੋਰਟਸਮੈਨ ਤਾਂ ਨਹੀਂ ਹੈ ਜਿਹੜਾ ਨਵਜੋਤ ਸਿੱਧੂ ਨਾਲ ਨੇ ਕੈਸ਼ੀਅਰ ਲਾਇਆ ਸੀ। ਨਹੀਂ, ਉਹ ਠੀਕ ਹੈ, ਉਹ ਕਿਤੇ ਬੈਠਾ ਹੋਊਗਾ, ਕਿਤੇ ਫੋਟੋ ਆ ਜਾਊ। ਮੈਂ ਪਰ ਫੋਟੋ ਦੀ ਗੱਲ ਨਹੀਂ ਹੈ। ਨਹੀਂ ਭਾਵ ਮੇਰਾ ਕਿਹਾ ਤਾਂ ਕਾਂਗਰਸੀ ਪਾਰਟੀਆਂ ਵਾਲੇ ਵੀ ਬੈਠੇ ਨਹੀਂ ਉਸ। ਮੈਂ ਤਾਂ ਸੋਚ ਦੀ ਗੱਲ ਕਰਦਾ। ਪਰ ਪ੍ਰਗਟ ਜੀ, ਰਾਜਾ ਵੜਿੰਗ ਕਹਿੰਦੇ ਨੇ ਸਾਨੂੰ ਹਰਭਜਨ ਤੇ ਵੀ ਕਹਿੰਦੇ ਮੈਨੂੰ ਇਤਰਾਜ਼ ਨਹੀਂ, ਪਰ ਹਰਭਜਨ ਦੀ ਦੇਣ ਕੀ ਹੈ? ਕਹਿੰਦੇ ਉਹਨਾਂ ਨੇ ਗਰੀਬਾਂ ਦੀ ਆਵਾਜ਼ ਕਦੋਂ ਬੁਲੰਦ ਕੀਤੀ ਹੈ? ਉਹ ਦੇਖੋ ਆਉਣ ਵਾਲੇ ਸਮੇਂ 'ਚ ਕਰ ਲਊਗਾ। ਦੇਖੋ ਜੇ ਮਿਹਨਤ ਕਰੂਗਾ, ਇਹ ਠੀਕ ਆ, ਨੋਮੀਨੇਟ ਕਰਨਾ ਇੱਕ ਗੱਲ ਆ, ਇਲੈਕਟ ਹੋ ਕੇ ਆਉਣਾ ਇੱਕ ਗੱਲ ਹੈਗੀ ਆ। ਆਉਣ ਵਾਲੇ ਸਮੇਂ 'ਚ ਉਹ, ਕਿਉਂਕਿ ਅਲਟੀਮੇਟਲੀ ਉਸ ਲੈਵਲ ਦਾ ਕੈਲੀਬਰ ਤਾਂ ਹੈ, ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗਾ, ਬਟ ਐਟ ਦਾ ਸੇਮ ਟਾਈਮ ਮੈਂ ਉਸ ਆਈਡੀਓਲੋਜੀ ਦੀ ਗੱਲ ਕਰਦਾ। ਉਸ ਆਈਡੀਓਲੋਜੀ ਨੂੰ ਲੈ ਕੇ ਮੈਂ ਜਿਹੜੀ ਗੱਲ ਆ, ਅਰੋੜਾ ਤੇ ਮਿੱਤਲ ਤੇ ਚੱਡਾ ਮਤਲਬ ਲੱਗਦਾ ਵੀ ਸਹੀ ਨਹੀਂ ਭੇਜੋ। ਨਹੀਂ, ਮੈਂ ਤਾਂ ਕਿਹਾ ਯਾਰ ਤੁਸੀਂ ਇਨਕੁਆਇਰੀ ਕਰਾ ਲਓ। ਜਿਹੜੀ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕਰਦੇ, ਇਕੱਲੇ ਇਨਕਲਾਬ ਜਿੰਦਾਬਾਦ ਕਹਿ ਕੇ ਨਹੀਂ ਇਨਕਲਾਬ ਆਉਣਾ, ਕੱਲਾ ਇਨਕਲਾਬ ਕਹਿ ਕੇ ਨਹੀਂ ਇਨਕਲਾਬ ਆਉਣਾ, ਉਸ ਗੱਲ ਤੇ ਅਸੀਂ ਪਹਿਰਾ ਦੇਈਏ। ਕੇਸੀ ਵੇਨੂਗੋਪਾਲ ਰਹਿਣ ਵਾਲੇ ਕੇਰਲਾ ਦੇ ਰਾਜ ਸਭਾ ਮੈਂਬਰ ਰਾਜਸਥਾਨ ਤੋਂ। ਉਹ ਤਾਂ ਉਸ ਸੂਬੇ ਵਾਲਿਆਂ ਨੂੰ ਕਹਿਣਾ ਚਾਹੀਦਾ। ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਜੇ ਕਾਂਗਰਸ ਦੇ ਵਿੱਚ ਵੀ ਇਦਾਂ ਦੀ ਕੋਈ ਗੱਲ ਹੈਗੀ ਆ, ਉਹ ਸੂਬੇ ਵਾਲਿਆਂ ਨੂੰ ਕਹਿਣਾ ਚਾਹੀਦਾ। ਮੈਂ ਤਾਂ ਇਸ ਸੂਬੇ ਨੂੰ ਰਿਪਰੈਜ਼ੈਂਟ ਕਰਦਾ, ਮੈਂ ਤਾਂ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ, ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ, ਪੰਜਾਬ ਦੀ ਗੱਲ ਕਰੂੰਗਾ ਮੈਂ। ਤੁਹਾਨੂੰ ਸਿਰਫ ਹਰਭਜਨ ਠੀਕ ਲੱਗਦੇ ਜਿਹੜੇ ਰਾਜ ਸਭਾ ਭੇਜੇ ਗਏ? ਮੈਂ ਤਾਂ ਯਾਰ ਦੇਖੋ, ਮੈਂ ਜਿਹੜੀਆਂ ਦੋ ਦਿੱਲੀ ਦੀ ਗੱਲ ਹੈਗੀ ਆ, ਇੱਕ ਟੇਂਟਡ ਬਿਜ਼ਨਸਮੈਨ ਹੈ, ਮੈਂ ਉਹਦੀ ਗੱਲ ਕੀਤੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਜਾਂਚ ਨਹੀਂ ਕਰਵਾਉਂਦੀ ਹੈ ਤੇ ਕੀ ਕਾਂਗਰਸ ਨਹੀਂ, ਫਿਰ ਫਰਦਰ ਅਸੀਂ ਆਪਣੀ ਪਾਰਟੀ ਲੈਵਲ ਤੇ ਫੋਰਮ ਤੇ ਗੱਲ ਅੱਗੇ ਲੈ ਕੇ ਆਵਾਂਗੇ। ਇੱਕ ਪ੍ਰਗਟ ਜੀ, ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਚੱਲਦੀ ਪਈ ਹੈਗੀ ਹੈ ਕਿ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਸੀਗਾ ਕਿ ਘੇਰਿਆ ਦਿੱਲੀ ਨੂੰ ਜਾ ਕੇ, ਉਸੇ ਤਰੀਕੇ ਦੇ ਨਾਲ ਜੇ ਰਾਜ ਸਭਾ ਦਾ ਜਿਹੜਾ ਮੁੱਦਾ ਹੈਗਾ ਉੱਤੇ ਆਮ ਆਦਮੀ ਪਾਰਟੀ ਨਹੀਂ ਸੁਣਦੀ, ਇਹਨਾਂ ਦੇ 92 MLAs ਨੂੰ ਘੇਰਨਾ ਚਾਹੀਦਾ। ਸੋਸ਼ਲ ਮੀਡੀਆ ਤੇ ਚਰਚਾ ਚੱਲਦੀ ਪਈ ਹੈ।
ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖੋ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਹੋਊਗਾ, ਹਜੇ ਸ਼ੁਰੂਆਤ ਹੈ। ਇਹ ਹੋਣਾ ਅੱਜ ਜਿਹੜੀ ਗੱਲ ਬੇਸਿਕਲੀ ਸੀਐਮ ਸਾਹਿਬ ਨੇ ਕਹੀ ਆ ਕਿ ਅਸੀਂ ਤਿਆਰ ਨਹੀਂ ਹੈਗੇ ਗਵਰਨਰ ਐਡਰੈਸ ਤੇ, ਕਿਉਂਕਿ ਸਾਰੇ ਨਵੇਂ ਹੈਗੇ ਆ। ਮੈਨੂੰ ਲੱਗਦਾ ਸਮਾਂ ਦੇਣਾ ਚਾਹੀਦਾ, ਤਿਆਰੀ ਕਰਨ ਲਈ ਸਮਾਂ ਦੇਣਾ ਚਾਹੀਦਾ, ਐਕਸਪੀਰੀਅੰਸ ਹੋਣ ਦੇਣਾ ਚਾਹੀਦਾ। ਕੋਈ ਇਹ ਤਾਂ ਹੈ ਨਹੀਂਗਾ ਕਿ 5 ਸਾਲਾਂ ਦੀ ਗੱਲ ਹੈਗੀ ਆ। ਅਸੀਂ ਉਸ ਚੀਜ਼ ਨੂੰ ਕੋਆਪਰੇਟ ਕਰਨ ਨੂੰ ਤਿਆਰ ਹਾਂ ਕਿ ਠੀਕ ਹੈ ਗੱਲ, ਕਿਉਂਕਿ ਜਦੋਂ ਗਵਰਨਰ ਐਡਰੈਸ ਹੋ ਜਾਂਦਾ ਪਰ ਉਹਦੇ ਤੇ ਬਹਿਸ ਤਾਂ ਉਦੋਂ ਹੁੰਦੀ ਆ, ਬਟ ਐਟ ਦਾ ਸੇਮ ਟਾਈਮ ਜਦੋਂ ਗੱਲ ਸਮਝ ਆਉਂਦੀ ਹੈਗੀ ਆ ਵੀ ਇਹ ਨਹੀਂ ਹਜੇ ਤਿਆਰ ਹੈਗੇ ਤਾਂ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿਆਰ ਹੋ ਜਾਣਗੇ। ਹੁਣ ਕਾਂਗਰਸ ਬਾਰ-ਬਾਰ ਗੱਲ ਚੱਕ ਰਹੀ ਹੈ ਬੀਬੀ ਖਾਲੜ ਨੂੰ ਭੇਜੋ, ਬੀਬੀ ਖਾਲੜ ਨੂੰ ਭੇਜੋ। ਤੁਹਾਡਾ ਆਪਣਾ ਕਾਰਜਕਾਲ ਵੀ ਰਿਹਾ ਸੀਗਾ। ਮੈਂ ਤਾਂ ਇਹ ਕਹਿਣ ਡਿਆ ਵੀ ਜਦੋਂ 80 ਤੋਂ 18 ਅਸੀਂ ਆ ਗਏ, ਇਹ ਫੈਕਟਰ ਹੈ। ਅਸੀਂ ਜਦੋਂ 80 ਤੋਂ 18 ਆ ਗਏ ਤੇ ਫੈਕਟਰ ਤਾਂ ਬਹੁਤ ਆਏ ਵਿੱਚ। ਮੈਂ ਤਾਂ ਮੀਡੀਆ ਦਾ ਜਿਹੜਾ ਬੇਸਿਕਲੀ ਚੌਥਾ ਥੰਮ ਹੈ ਨਾ ਡੈਮੋਕ੍ਰੇਸੀ ਦਾ, ਮੈਂ ਤਾਂ ਉਹਨਾਂ ਨੂੰ ਕਹਿੰਦਾ ਵੀ ਜਦੋਂ ਚੀਰ-ਫਾੜ ਜਿਹਦੀ ਕਰਨ ਦੀ ਜ਼ਰੂਰਤ ਹੈ ਆਪਾਂ ਉਹਦੀ ਕਰੀਏ, ਜਦੋਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਕਰਦੇ ਰਹੇ ਹੋ। ਕਿਉਂਕਿ ਆਪਾਂ ਉਧਰ ਨੂੰ ਗੱਲ ਜਿਹੜੀ ਆ, ਕਿਉਂਕਿ ਡੈਮੋਕ੍ਰੇਸੀ ਦੀ ਬਿਊਟੀ ਇਹ ਹੈਗੀ ਆ। ਪਾਰਟੀ ਦੀ ਗੱਲ ਕਰ ਲਈਏ, ਪਾਰਟੀ ਸਭ ਠੀਕ ਚੱਲ ਰਿਹਾ? ਪਾਰਟੀ ਬਿਲਕੁਲ ਠੀਕ ਠਾਕ ਹੈ। ਕਿਹਨੂੰ ਦੇਣੀ ਚਾਹੀਦੀ ਹੈ ਕਮਾਂਡ? ਜਿਹਨੂੰ ਮਰਜ਼ੀ ਦੇ ਦੇਣੇ। ਬੇਸਿਕਲੀ ਦੇਖੋ ਸਾਨੂੰ ਸਾਰਿਆਂ ਨੂੰ ਪੁੱਛਿਆ ਗਿਆ ਹੈਗਾ, ਸੋ ਜਿਹਨੂੰ ਵੀ ਦੇ ਦੇਣਗੇ ਕੋਈ ਪ੍ਰੋਬਲਮ ਨਹੀਂ ਹੈ। ਬਿੱਟੂ ਤੇ ਖਹਿਰਾ ਦੇ ਨਾਮ ਚੱਲ ਰਹੇ ਹੈ। ਐਨਓਪੀ ਕਿਹਨੂੰ ਲਾ ਰਹੇ ਜੀ? ਦੇਖੋ ਮੈਂ ਤਾਂ ਅਪਾਇੰਟਮੈਂਟ ਕਰਨ ਵਾਲਾ ਹੈ ਨਹੀਂਗਾ, ਮੇਰੇ ਕੋਲ ਤਾਂ ਸੁਝਾਅ ਤਾਂ ਦੇ ਸਕਦੇ ਹੋ ਕਿਹਨੂੰ ਲਾਇਆ ਜਾਵੇ। ਹਾਂਜੀ ਨਹੀਂ ਸੁਣਿਆ ਸਾਨੂੰ ਸਾਰਿਆਂ ਨੂੰ ਆ, ਉਹਦੇ ਤੋਂ ਬਾਅਦ ਡਿਸੀਜਨ ਜਿਹੜਾ ਹੈਗਾ ਉਹ ਬੈਠ ਕੇ ਕਿਉਂਕਿ ਐਲਓਪੀ ਦਾ ਵੀ ਔਰ ਪ੍ਰਧਾਨ ਬਿੱਟੂ ਜਾਂ ਖਹਿਰੇ ਦਾ ਨਾਮ ਜ਼ਿਆਦਾ ਚੱਲ ਰਿਹਾ। ਜਿਹਦਾ ਵੀ ਮਰਜ਼ੀ, ਮੈਂ ਤਾਂ ਟੀਮ ਖਿਡਾਰੀ ਆ, ਮੈਨੂੰ ਕਿਸੇ ਨਾਲ ਕੋਈ ਬਹੁਤੀ ਲੰਮੀ ਚੌੜੀ ਪ੍ਰੋਬਲਮ ਹੁੰਦੀ ਨਹੀਂ ਹੈ, ਕਿਉਂਕਿ ਟੀਮ ਦੀ ਗੱਲ ਹੁੰਦੀ ਆ, ਕਿਸੇ ਇੰਡੀਵਿਜੂਅਲ ਦੀ ਗੱਲ ਹੁੰਦੀ ਨਹੀਂ। ਪ੍ਰਗਟ ਸਿੰਘ ਜੀ ਕੈਪਟਨ ਬਣ ਸਕਦੇ ਹੋ ਤੁਸੀਂ ਹਾਕੀ ਦੇ ਕੈਪਟਨ ਵੀ ਰਹੇ ਹੋ। ਸਾਡਾ ਬਿਟਰ ਐਕਸਪੀਰੀਅੰਸ ਰਿਹਾ ਹੈ ਔਰ ਹਾਈ ਕਮਾਂਡ ਵੀ ਸਿੱਧੂ ਜ਼ਿਆਦਾ ਸਵਾਲ ਖੜੇ ਕਰਦੇ ਸੀ। ਇਸ ਦਾ ਨੁਕਸਾਨ ਕਾਂਗਰਸ ਨੂੰ ਹੈ। ਸੁਖਜਿੰਦਰ ਰੰਧਾਵਾ ਨਹੀਂ ਹੋਇਆ ਹੈਗਾ, ਬਟ ਈਦ ਮਗਰੋਂ ਤੰਬਾ ਫੂਕਣ ਵਾਲੀ ਜ਼ਰੂਰਤ ਨਹੀਂ ਹੈ। ਮੈਂ ਸਾਰੇ ਲੀਡਰਸ ਨੂੰ ਇਹ ਰਿਕੁਐਸਟ ਵੀ ਕੀਤੀ ਆ, ਕਾਂਗਰਸ ਦੇ ਲੀਡਰਸ ਨੂੰ, ਕਿ ਉਹ ਗਲਤੀਆਂ ਦਾ ਨਤੀਜਾ ਹੀ ਆ ਕਿ ਅਸੀਂ 80 ਤੋਂ 18 ਤੇ ਆਏ ਹਾਂ ਤੇ ਸਾਨੂੰ ਦੁਬਾਰਾ, ਕਿਉਂਕਿ ਅਸੀਂ ਮੈਚ ਦੇਖੋ ਮੈਂ ਤਾਂ ਉਸ ਲੈਵਲ ਤੇ ਖੇਡਿਆ ਆ, ਟੀਮਾਂ ਜਿੱਤਦੀਆਂ ਵੀ ਆ, ਟੀਮਾਂ ਹਾਰਦੀਆਂ ਵੀ ਆ, ਉਹਦੀ ਇੰਟਰੋਸਪੈਕਸ਼ਨ ਹੁੰਦੀ ਆ, ਉਹਦੇ ਚੋਂ ਗਲਤੀਆਂ ਕੱਢ ਕੇ ਤਾਂ ਉਹਦੇ ਤੋਂ ਦੁਬਾਰਾ ਖੜੀਆਂ ਕੀਤੀਆਂ ਜਾਂਦੀਆਂ ਟੀਮਾਂ। ਮੈਂ ਤਾਂ ਉਹ ਦੁਬਾਰਾ ਖੜੀ ਜਿਹੜੀ ਕਰਨ ਵਾਲੀ ਟੀਮ ਆ ਉਹਦਾ ਮੈਂਬਰ ਹੈਗਾ।